किताब शहीद जसवंत सिंह खालड़ा सोच संघर्ष ते शहादत। लेखक सरदार अजमेर सिंह। आवाज़ भाई गुरजंट सिंह रूपवाली। भाग 13। जलंधर दी जिमनी चोण 1993। हालातां मुताबक बदलण वालियां तो बचो, हालातां नूं अपने मुताबक बदलण दा प्रण करो ਅਤੇ जलंधर चोण दे सबक। वाहिगुरू जी का खालसा, वाहिगुरू जी की फतेह। जलंधर दी जिमनी चोण 1993। 1993 ਵਿੱਚ ਜਲੰਧਰ ਲੋਕ ਸਭਾ ਹਲਕੇ ਦੇ ਕਾਂਗਰਸੀ ਐਮਪੀ ਜਸ਼ਪਾਲ ਦੀ ਮੌਤ ਹੋ ਜਾਣ ਕਰਕੇ 23 ਮਈ ਨੂੰ ਜਿਮਨੀ ਚੋਣ ਕਰਾਉਣ ਦਾ ਸਰਕਾਰੀ ਐਲਾਨ ਹੋ ਗਿਆ ਸੀ। ਇਹ ਚੋਣ ਕਈ ਸਾਰੇ ਪੱਖਾਂ ਤੋਂ ਅਹਿਮੀਅਤ ਅਖਤਿਆਰ ਕਰ ਗਈ ਸੀ। 1992 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਚੋਣ ਹੋਣ ਜਾ ਰਹੀ ਸੀ ਜਿਸ ਵਿੱਚ ਅੱਡ-ਅੱਡ ਰਾਜਸੀ ਧਿਰਾਂ ਦਾ ਜ਼ੋਰ ਪਰਖਿਆ ਜਾਣਾ ਸੀ। ਉਸ ਵੇਲੇ ਤੱਕ ਖਾੜਕੂ ਲਹਿਰ ਲਗਭਗ ਖਤਮ ਹੋ ਗਈ ਸੀ ਅਤੇ ਹਕੂਮਤੀ ਦਹਿਸ਼ਤ ਪੂਰੀ ਸਿਖਰ ਤੇ ਸੀ। ਕੇਂਦਰ ਸਰਕਾਰ ਇਸ ਚੋਣ ਰਾਹੀਂ ਖਾੜਕੂ ਲਹਿਰ ਦੇ ਖਿਲਾਫ ਪੰਜਾਬ ਦੇ ਲੋਕਾਂ ਦਾ ਫਤਵਾ ਲੈਣ ਤੇ ਇਸ ਦੇ ਜ਼ਰੀਏ ਸਾਰੀ ਦੁਨੀਆ ਵਿੱਚ ਆਪਣਾ ਜਮਹੂਰੀ ਅਕਸ ਚਮਕਾਉਣਾ ਚਾਹੁੰਦੀ ਸੀ। ਉਧਰ ਬੇਅੰਤ ਸਿੰਘ ਇਹ ਚੋਣ ਜਿੱਤ ਕੇ ਕੇਂਦਰੀ ਹਾਕਮਾਂ ਦੀ ਸ਼ਾਬਾਸ਼ ਲੈਣਾ ਅਤੇ ਇਸ ਤਰੀਕੇ ਨਾਲ ਆਪਣਾ ਸਿਆਸੀ ਰੁਤਬਾ, ਕੈਰੀਅਰ ਤੇ ਵਕਾਰ ਵਧਾਉਣਾ ਚਾਹੁੰਦਾ ਸੀ। ਦੂਜੇ ਪਾਸੇ ਪੰਥ ਦਰਦੀਆਂ ਦੀਆਂ ਨਜ਼ਰਾਂ ਵਿੱਚ ਇਹ ਚੋਣ ਕਾਂਗਰਸੀ ਹਾਕਮਾਂ ਕੋਲੋਂ ਜ਼ੁਲਮਾਂ ਦਾ ਬਦਲਾ ਲੈਣ ਦਾ ਸੁਨਹਿਰੀ ਮੌਕਾ ਸੀ, ਜਿਸ ਕਰਕੇ ਉਹਨਾਂ ਦੀ ਇੱਛਾ ਸੀ ਕਿ ਇਹ ਚੋਣ ਵੱਖ-ਵੱਖ ਅਕਾਲੀ ਧਿਰਾਂ ਇਕਮੁੱਠ ਹੋ ਕੇ ਲੜਨ। ਇਸ ਮੰਤਵ ਦੀ ਪੂਰਤੀ ਲਈ ਸਾਰੀਆਂ ਅਕਾਲੀਆਂ ਧਿਰਾਂ ਵੱਲੋਂ ਇੱਕੋ ਸਾਂਝਾ ਉਮੀਦਵਾਰ ਖੜਾ ਕਰਨ ਉੱਤੇ ਆਮ ਸਹਿਮਤੀ ਬਣਾਉਣ ਦੇ ਪੁਰਜ਼ੋਰ ਯਤਨ ਕੀਤੇ ਗਏ, ਪਰ ਹਾਲਤ ਦਾ ਅਫਸੋਸਨਾਕ ਪਹਿਲੂ ਇਹ ਸੀ ਕਿ ਕੋਈ ਵੀ ਅਕਾਲੀ ਧਿਰ ਆਪਣਾ ਰਾਜਸੀ ਮੁਫਾਦ ਛੱਡਣ ਲਈ ਤਿਆਰ ਨਹੀਂ ਸੀ। ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਖਾਸੇ ਅਨੁਸਾਰ ਸਾਂਝੇ ਪੰਥਕ ਹਿੱਤਾਂ ਲਈ ਆਪਣੇ ਸੌੜੇ ਰਾਜਸੀ ਹਿੱਤਾਂ ਨੂੰ ਕੁਰਬਾਨ ਕਰਨ ਵੱਲ ਇੱਕ ਵੀ ਕਦਮ ਪੁੱਟਣ ਲਈ ਤਿਆਰ ਨਹੀਂ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅਕਾਲੀ ਦਲ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਲਿਆਕਤ ਤੇ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਸਾਂਝੇ ਪੰਥਕ ਉਮੀਦਵਾਰ ਵਜੋਂ ਅਪਣਾਏ ਜਾਣ ਲਈ ਪੂਰੀ ਵਾਹ ਲਾ ਦਿੱਤੀ ਸੀ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਵਡਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਉਮੀਦਵਾਰ ਨੂੰ ਅਪਣਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਇੱਕੋ ਸਾਂਝਾ ਪੰਥਕ ਉਮੀਦਵਾਰ ਖੜਾ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਾਹਮਣੇ ਵੀ ਆਪਣਾ ਉਮੀਦਵਾਰ ਜਸਟਿਸ ਅਜੀਤ ਸਿੰਘ ਬੈਂਸ ਖੜਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਾ ਰਿਹਾ। ਬਾਦਲ ਦਲ ਨੂੰ ਛੱਡ ਕੇ ਬਾਕੀ ਸਾਰੇ ਛੋਟੇ-ਛੋਟੇ ਅਕਾਲੀ ਧੜੇ ਤੇ ਜ਼ੁਲਮ ਵਿਰੋਧੀ ਜਜ਼ਬਾ ਰੱਖਣ ਵਾਲੇ ਰਾਜਸੀ ਵਰਕਰ ਜਸਟਿਸ ਬੈਂਸ ਦੀ ਹਮਾਇਤ ਵਿੱਚ ਨਿੱਤਰ ਆਏ ਸਨ। ਇੱਕ ਤਰੀਕੇ ਨਾਲ ਇਹ ਚੋਣ ਵੱਖ-ਵੱਖ ਅਕਾਲੀ ਧੜਿਆਂ ਵਿਚਕਾਰ ਵੀ ਜ਼ੋਰ ਅਜ਼ਮਾਈ ਦਾ ਅਖਾੜਾ ਬਣ ਗਿਆ ਸੀ। ਭਾਈ ਜਸਵੰਤ ਸਿੰਘ ਉਸ ਵੇਲੇ ਅਕਾਲੀ ਦਲ ਮਾਨ ਵਿੱਚ ਸਰਗਰਮ ਸੀ ਅਤੇ ਉਸਨੇ ਸਾਂਝੇ ਪੰਥਕ ਉਮੀਦਵਾਰ ਉੱਤੇ ਆਮ ਸਹਿਮਤੀ ਬਣਾਉਣ ਲਈ ਆਪਣੀ ਵੱਲੋਂ ਵੀ ਪੂਰਾ ਯਤਨ ਕੀਤਾ ਸੀ। ਪੰਥ ਦਰਦੀਆਂ ਨੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਾ ਦਿੱਤਾ ਸੀ। ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਸਾਹਮਣੇ ਪੰਜਾਬ ਵਿੱਚ ਕਾਂਗਰਸੀ ਹਾਕਮਾਂ ਵੱਲੋਂ ਢਾਏ ਗਏ ਅਣਮਨੁੱਖੀ ਜ਼ੁਲਮਾਂ ਦੇ ਦਿਲਾਂ ਨੂੰ ਝੰਜੋੜਨ ਵਾਲੇ ਤੱਥ ਪੇਸ਼ ਕੀਤੇ ਗਏ। ਜਸਟਿਸ ਬੈਂਸ ਦੀ ਕੁਰਬਾਨੀ ਦੇ ਵੀ ਵਾਸਤੇ ਪਾਏ ਗਏ। ਪਰ ਜਦੋਂ 23 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਹੋਈ ਤਾਂ ਪੰਥ ਦਰਦੀਆਂ ਨੂੰ ਬੇਹੱਦ ਨਿਰਾਸ਼ਾ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ ਸੀ। ਸਾਰੇ ਹਲਕੇ ਵਿੱਚ ਕੁੱਲ 5,87,137 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ ਜਸਟਿਸ ਅਜੀਤ ਸਿੰਘ ਬੈਂਸ ਨੂੰ ਮਹਿਜ਼ 18,319 ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸੀ ਉਮੀਦਵਾਰ ਉਮਰਾਓ ਸਿੰਘ ਨੂੰ 2,87,000 ਦੇ ਕਰੀਬ ਅਤੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਵਡਾਲਾ ਨੂੰ 1,75,000 ਦੇ ਕਰੀਬ ਵੋਟਾਂ ਪਈਆਂ ਸਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਵੀ ਜਸਟਿਸ ਬੈਂਸ ਨਾਲੋਂ ਲਗਭਗ 1.5 ਗੁਣਾ ਵੋਟਾਂ 27,677 ਪੈ ਗਈਆਂ ਸਨ। ਖਾਲਸਾ ਪੰਥ ਦੀ ਚੜ੍ਹਦੀ ਕਲਾ ਚਾਹੁਣ ਵਾਲੇ ਆਮ ਸਿੱਖਾਂ
ਖਾਸ ਕਰਕੇ ਖਾੜਕੂ ਲਹਿਰ ਦੇ ਹਮਾਇਤੀਆਂ ਤੇ ਹਮਦਰਦਾਂ ਨੂੰ ਇਸ ਚੋਣ ਨਤੀਜੇ ਕਾਰਨ ਵੱਡਾ ਸਦਮਾ ਹੋਇਆ। ਇਸ ਨਾਲ ਪੰਥ ਦਰਦੀਆਂ ਦੇ ਵਿਚਾਰਸ਼ੀਲ ਵਰਗ ਦੇ ਸਾਹਮਣੇ ਸੋਚਣ ਲਈ ਕਈ ਮਹੱਤਵਪੂਰਨ ਸਵਾਲ ਖੜੇ ਹੋ ਗਏ ਸਨ। ਇਸ ਚੋਣ ਨਤੀਜੇ ਦੀ ਸਹੀ ਵਿਆਖਿਆ ਕਰਨੀ ਸਮੇਂ ਦੀ ਵੱਡੀ ਲੋੜ ਬਣ ਗਈ ਸੀ। ਭਾਈ ਜਸਵੰਤ ਸਿੰਘ ਨੂੰ ਇਸ ਹਾਰ ਕਾਰਨ ਨਿੱਜੀ ਪੱਧਰ ਤੇ ਗਹਿਰਾ ਸਦਮਾ ਪਹੁੰਚਿਆ ਸੀ, ਪਰ ਉਸਨੇ ਮਾਯੂਸ ਹੋਣ ਦੀ ਬਜਾਏ ਇਸ ਦਿਲ ਤੋੜਵੀਂ ਹਾਰ ਦੇ ਕਾਰਨਾਂ ਨੂੰ ਘੋਖਣ ਲਈ ਆਪਣਾ ਬੌਧਿਕ ਤਾਣ ਲਾ ਦਿੱਤਾ ਸੀ। ਚੋਣ ਨਤੀਜਾ ਐਲਾਨੇ ਜਾਣ ਦੇ 2 ਦਿਨਾਂ ਬਾਅਦ ਹੀ ਉਸਨੇ ਇੱਕ ਲੰਮਾ ਲੇਖ ਲਿਖਿਆ ਸੀ, ਜਿਹੜਾ ਅੱਜ ਦੀ ਆਵਾਜ਼ ਅਖਬਾਰ ਦੇ 27 ਮਈ 1993 ਦੇ ਅੰਕ ਵਿੱਚ ਛਪਿਆ ਸੀ। ਹੇਠਾਂ ਉਹ ਲੇਖ ਹੂਬਹੂ ਦਿੱਤਾ ਜਾ ਰਿਹਾ ਹੈ। ਹਾਲਾਤਾਂ ਮੁਤਾਬਕ ਬਦਲਣ ਵਾਲਿਆਂ ਤੋਂ ਬਚੋ, ਹਾਲਤਾਂ ਨੂੰ ਆਪਣੇ ਮੁਤਾਬਕ ਬਦਲਣ ਦਾ ਪ੍ਰਣ ਕਰੋ। ਸਿੱਖ ਸਿਆਸਤ ਤੇ ਮੌਜੂਦਾ ਪੜਾਅ ਵਿੱਚ ਇਹ ਘਟਨਾ ਬਹੁਤ ਮਹੱਤਵਪੂਰਨ ਹੈ ਤੇ ਇਸ ਦੀ ਪੂਰੀ ਘੋਖ ਕਰਨਾ ਲਹਿਰ ਦੇ ਉਤਰਾਅ ਚੜ੍ਹਾਅ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ। ਹਰ ਬੰਦਾ ਤੇ ਜਥੇਬੰਦੀ ਆਪੋ ਆਪਣੀਆਂ ਧਾਰਨਾਵਾਂ ਦੇ ਤਹਿਤ ਇਸ ਦੇ ਸਿੱਟੇ ਕੱਢੇਗਾ ਤੇ ਇਸ ਦੇ ਆਧਾਰ ਤੇ ਹੋਰਨਾਂ ਦੀ ਰਾਏ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਘੋਖ ਪੜਤਾਲ ਸਮੇਂ 2 ਮਹੱਤਵਪੂਰਨ ਤਰੀਕੇ ਅਪਣਾਏ ਜਾਣਗੇ। ਇੱਕ ਰਵਾਇਤੀ ਧਾਰਨਾ ਤੇ ਟਿਕਿਆ ਹੋਵੇਗਾ, ਜਿਵੇਂ ਸਾਨੂੰ ਬਜ਼ੁਰਗ ਸਿੱਖਿਆ ਦਿੰਦੇ ਆਏ ਹਨ ਕਿ ਬੱਚਾ ਹਰ ਉਸ ਚੀਜ਼ ਤੇ ਯਕੀਨ ਕਰ ਜਿਸ ਨੂੰ ਤੂੰ ਅੱਖੀਂ ਦੇਖਿਆ ਹੈ ਤੇ ਕੰਨੀ ਸੁਣਿਆ ਹੈ। ਦੂਜੀ ਧਾਰਨਾ ਹੈ ਕਿ ਅੱਖਾਂ ਤੇ ਵੀ ਪੂਰਾ ਯਕੀਨ ਕਰਨਾ ਠੀਕ ਨਹੀਂ। ਮਿਰਗ ਤ੍ਰਿਸ਼ਨਾ ਤੋਂ ਸਬਕ ਸਿੱਖ, ਕੰਨਾਂ ਵਿੱਚ ਵੀ ਖੂਹ ਦੀ ਆਵਾਜ਼ ਕਈ ਵਾਰ ਛਾਲ ਮਾਰਨ ਲਈ ਉਕਸਾ ਦਿੰਦੀ ਹੈ। ਸਮਾਜਿਕ ਘਟਨਾ ਚੱਕਰ ਇੰਨਾ ਸਿੱਧੜ ਸਰਲ ਨਹੀਂ ਹੁੰਦਾ ਕਿ ਉਸ ਨੂੰ ਇੱਕ ਨਜ਼ਰ ਦੇਖ ਕੇ ਹੀ ਸਮਝਿਆ ਜਾ ਸਕੇ ਜਾਂ ਕੁਝ ਦਲੀਲਾਂ ਸੁਣ ਕੇ ਜਾਣਿਆ ਜਾ ਸਕੇ। ਇਸ ਵਿੱਚ ਰੋਲ ਅਦਾ ਕਰ ਰਹੇ ਅਨੇਕਾਂ ਪੱਖ ਬਹੁਤ ਬਰੀਕੀ ਨਾਲ ਖੋਜ ਦੀ ਮੰਗ ਕਰਦੇ ਹਨ ਤੇ ਅਕਸਰ ਫਿਲਾਸਫਰ ਇਸ ਸਿੱਟੇ ਤੇ ਵੀ ਪੁੱਜਦੇ ਹਨ ਕਿ ਕੁਦਰਤ ਦੀਆਂ ਬੁਝਾਰਤਾਂ ਕਰਨ ਕਰਾਵਣਹਾਰ ਹੀ ਬੁੱਝ ਸਕਦਾ ਹੈ। ਫਿਰ ਵੀ ਹਾਸਲ ਬੁੱਧੀ ਤੇ ਤਜਰਬੇ ਦੀ ਮਦਦ ਨਾਲ ਸਾਨੂੰ ਸੱਚ ਦੀ ਖੋਜ ਵਿੱਚ ਆਪਣੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ। ਚੋਣਾਂ ਦੇ ਐਲਾਨ ਦੇ ਸਮੇਂ ਪੰਜਾਬ ਦਾ ਮਾਹੌਲ ਤੇ ਸਿੱਖ ਮਾਨਸਿਕਤਾ ਕੀ ਸੀ, ਇਹ ਸਭ ਤੋਂ ਪਹਿਲਾਂ ਘੋਖ ਦਾ ਮੁੱਦਾ ਬਣਦਾ ਹੈ। ਜਦ ਇਹਨਾਂ ਚੋਣਾਂ ਦਾ ਐਲਾਨ ਹੋਇਆ ਤਾਂ ਪੰਜਾਬ ਅੰਦਰ ਹਕੂਮਤੀ ਜ਼ਬਰ ਆਪਣੇ ਸਿਖਰ ਤੇ ਸੀ। ਖਾੜਕੂ ਲਹਿਰ ਨੂੰ ਖਤਮ ਕਰਨ ਦੇ ਟੀਚੇ ਦੀਆਂ ਆਖਰੀ ਤਰੀਕਾਂ ਮਿਥੀਆਂ ਜਾ ਚੁੱਕੀਆਂ ਸਨ। ਬੇਲਗਾਮ ਪੁਲਿਸ ਮਸ਼ੀਨਰੀ ਤੇ ਸਿੱਖ ਜਨਤਾ ਦੇ ਮਨਾਂ ਤੇ ਪੂਰੀ ਤਰ੍ਹਾਂ ਦਹਿਸ਼ਤ ਛਾਪ ਦਿੱਤੀ ਸੀ। ਇੱਕ ਪਾਸੜ ਪ੍ਰਚਾਰ ਮੀਡੀਏ ਦੇ ਜ਼ੋਰ ਨਾਲ ਦਬਾਅ ਹੇਠ ਆਈ ਖਾੜਕੂ ਲਹਿਰ ਦਾ ਨਕਸ਼ਾ ਇੱਕ ਗੈਰ ਰਾਜਨੀਤਿਕ ਤੇ ਗੈਰ ਸਮਾਜਿਕ ਲਹਿਰ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਸੀ। ਖਾੜਕੂ ਲਹਿਰ ਦੀ ਚੜ੍ਹਤ ਦੇ ਸਮੇਂ ਉਸ ਨੂੰ ਮੁੱਖ ਧਿਰ ਮੰਨਣ ਵਾਲੇ ਅਕਾਲੀ ਧੜੇ ਹੁਣ ਰਾਹਤ ਮਹਿਸੂਸ ਕਰਦੇ ਹੋਏ ਚੁੱਪ ਸਨ ਤੇ ਖੁਦ ਨੂੰ ਮੁੱਖ ਧਿਰ ਬਣਾਉਣ ਲਈ ਸਮੇਂ ਦੀ ਉਡੀਕ ਵਿੱਚ ਸਨ। ਸਿੱਖਾਂ ਵਿੱਚ ਆਮ ਵਿਚਰ ਰਹੇ 4 ਅਕਾਲੀ ਧੜਿਆਂ ਬਰਨਾਲਾ ਦਲ, ਬਾਦਲ ਦਲ, ਮਾਨ ਦਲ ਤੇ ਬਾਬਾ ਦਲ ਵਿੱਚੋਂ ਕੋਈ ਵੀ ਇਸ ਦਬਾਅ ਵਾਲੀ ਹਾਲਤ ਵਿੱਚ ਖਾੜਕੂ ਧਿਰਾਂ ਦੇ ਕਿਸੇ ਸਿਆਸੀ ਪੱਖ ਦੀ ਹਾਮੀ ਭਰਨ ਲਈ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਇਆ। ਬਰਨਾਲਾ ਦਲ ਪਹਿਲਾਂ ਤੋਂ ਹੀ ਖਾੜਕੂ ਲਹਿਰ ਨੂੰ ਅਕਾਲੀ ਵਿਰੋਧੀ ਲਹਿਰ ਕਰਾਰ ਦਿੰਦਾ ਆਇਆ ਸੀ। ਉਸ ਦੇ ਸਟੈਂਡ ਵਿੱਚ ਕੋਈ ਜ਼ਿਆਦਾ ਤਬਦੀਲੀ ਨਹੀਂ ਸੀ ਆਈ, ਪਰ ਬਾਦਲ ਦਲ ਦੀਆਂ ਅੱਖਾਂ ਬੁਰੀ ਤਰ੍ਹਾਂ ਬਦਲੀਆਂ ਹੋਈਆਂ ਸਨ। ਉਹ ਇਸ ਗੱਲ ਦੇ ਸਪਸ਼ਟ ਸੰਕੇਤ ਦੇ ਰਿਹਾ ਸੀ ਕਿ ਉਸ ਨੇ ਖਾੜਕੂ ਲਹਿਰ ਤੋਂ ਡਰਦਿਆਂ ਹੀ ਕੁਝ ਚਿਰ ਉਸ ਨੂੰ ਮੁੱਖ ਧਿਰ ਮੰਨਿਆ ਸੀ। ਇਹ ਦਲ ਆਪਣੇ ਵਸੀਲਿਆਂ ਰਾਹੀਂ ਖਾੜਕੂ ਲਹਿਰ ਦਾ ਉਹੀ ਨਕਸ਼ਾ ਪੇਸ਼ ਕਰਨ ਲੱਗ ਪਿਆ ਸੀ ਜੋ ਬੇਅੰਤ ਸਿੰਘ ਸਰਕਾਰ ਪੇਸ਼ ਕਰ ਰਹੀ ਸੀ। ਮਾਨ ਦਲ, ਜੋ ਪਿਛਲੇ ਸਮੇਂ ਖਾੜਕੂ ਧਿਰਾਂ ਦੇ ਕਾਫੀ ਨਜ਼ਦੀਕ ਦਿਖਾਈ ਦੇ ਰਿਹਾ ਸੀ, ਆਪਣੇ ਆਪ ਨੂੰ ਨਿਰਪੱਖ ਸਾਬਤ ਕਰਨ ਵਿੱਚ ਰੁੱਝ ਗਿਆ ਸੀ। ਇਹ ਦਲ ਹਕੂਮਤੀ ਜ਼ਬਰ ਦੇ ਵਿਰੁੱਧ ਬੋਲ ਰਿਹਾ ਸੀ ਤੇ ਰਾਜਨੀਤਿਕ ਨਿਸ਼ਾਨੇ ਪ੍ਰਤੀ ਪਹਿਲੀ ਦ੍ਰਿੜਤਾ ਤੇ ਹੀ ਕਾਇਮ ਸੀ, ਪਰ ਖਾੜਕੂ ਧਿਰਾਂ ਦੇ ਗੁਣ ਔਗਣਾ ਜਾਂ ਉਹਨਾਂ ਵਿਰੁੱਧ ਹੋਏ ਭੰਡੀ ਪ੍ਰਚਾਰ ਪ੍ਰਤੀ ਆਪਣਾ ਪੱਖ ਸਪਸ਼ਟ ਕਰਨ ਤੋਂ ਗੁਰੇਜ਼ ਕਰ ਰਿਹਾ ਸੀ। ਬਾਬਾ ਦਲ ਪਹਿਲਾਂ ਤੋਂ ਹੀ ਖਾੜਕੂ ਲਹਿਰ ਤੋਂ ਦਬਾਅ ਦਾ ਇਜ਼ਹਾਰ ਕਰਦਾ ਆਇਆ ਸੀ। ਸਿੰਘ ਸਾਹਿਬ ਭਾਈ ਜਸਬੀਰ ਸਿੰਘ ਹੋਰਾਂ ਦੀ ਨਜ਼ਰਬੰਦੀ ਤੋਂ ਬਾਅਦ ਇਸ ਦਲ ਨੇ ਨਵੀਆਂ ਹਾਲਤਾਂ ਬਾਰੇ ਕੋਈ ਸਪਸ਼ਟ ਸੋਚ ਜਾਂ ਅਮਲ ਦਾ ਪ੍ਰਗਟਾਵਾ ਨਹੀਂ ਸੀ ਕੀਤਾ।
ਪੰਜਾਬ ਦੀ ਸਿਆਸਤ ਵਿੱਚ ਹਕੂਮਤੀ ਜ਼ਬਰ ਦੇ ਪੂਰੇ ਜ਼ੋਰ ਅਤੇ ਅਕਾਲੀ ਧਿਰਾਂ ਵੱਲੋਂ ਜ਼ਬਰ ਦਾ ਸ਼ਿਕਾਰ ਧਿਰ ਬਾਰੇ ਬੇਗਾਨਗੀ ਦੇ ਧਾਰਨ ਕੀਤੇ ਰਵੱਈਏ ਨੇ ਆਮ ਸਿੱਖ ਜਨਤਾ ਨੂੰ ਭੰਬਲ ਭੂਸੇ ਵਿੱਚ ਪਾ ਦਿੱਤਾ ਸੀ। ਉਹ ਹੈਰਾਨ ਸਨ ਕਿ ਜੇਕਰ ਖਾੜਕੂ ਲਹਿਰ ਲੁਟੇਰਿਆਂ ਤੇ ਗੈਰ ਸਮਾਜੀ ਤੱਤਾਂ ਦੀ ਇੱਕ ਗੈਰ ਰਾਜਨੀਤਿਕ ਲਹਿਰ ਕਰਾਰ ਦੇ ਦਿੱਤੀ ਗਈ ਹੈ ਅਤੇ ਇਸ ਕਾਰਨਾਮੇ ਨੂੰ ਅਕਾਲੀ ਧਿਰਾਂ ਦੀ ਚੁੱਪ ਸਹਿਮਤੀ ਹਾਸਲ ਹੈ, ਤਾਂ ਪਿਛਲੇ 10 ਸਾਲਾਂ ਵਿੱਚ ਪ੍ਰਤੱਖ ਤੌਰ ਤੇ ਛਾਈ ਰਹੀ ਮੁੱਖ ਸਿਆਸੀ ਧਿਰ ਕਿਹੜੀ ਸੀ? ਇੱਕ ਸਵਾਲ ਇਹ ਵੀ ਆਮ ਸੀ ਕਿ ਜੇਕਰ ਅਕਾਲੀ ਧਿਰਾਂ ਜਿਵੇਂ ਦਾਅਵਾ ਕਰਦੀਆਂ ਜਾਪਦੀਆਂ ਹਨ ਕਿ ਉਹ ਖਾੜਕੂ ਦਾਅਵੇ ਹੇਠ ਹੀ ਉਹਨਾਂ ਨੂੰ ਮੁੱਖ ਧਿਰ ਮੰਨਦੀਆਂ ਆਈਆਂ ਹਨ, ਕਿ ਅੱਜ ਕਿਤੇ ਹਕੂਮਤੀ ਦਾਅਵੇ ਤਹਿਤ ਹੀ ਉਸ ਧਿਰ ਬਾਰੇ ਆਪਣਾ ਮੌਜੂਦਾ ਦ੍ਰਿਸ਼ਟੀਕੋਣ ਤਾਂ ਨਹੀਂ ਅਪਣਾ ਰਹੀ। ਇਸ ਤਰ੍ਹਾਂ ਬਰਨਾਲਾ ਅਕਾਲੀ ਦਲ ਤੋਂ ਬਿਨਾਂ ਬਾਕੀ ਦਲਾਂ ਦੀ ਪੋਜੀਸ਼ਨ ਲੋਕਾਂ ਵਿੱਚ ਸਪਸ਼ਟ ਨਹੀਂ ਸੀ ਹੋ ਰਹੀ। ਆਮ ਸਿੱਖ ਮਾਨਸਿਕਤਾ ਦਸ਼ਾਹੀਣ ਨਕਸ਼ਾ ਪੇਸ਼ ਕਰ ਰਹੀ ਸੀ। ਖਾੜਕੂ ਲਹਿਰ ਦੀਆਂ ਗਲਤੀਆਂ ਤੇ ਉਹਨਾਂ ਵਿਚਲੇ ਗੈਰ ਸਮਾਜੀ ਤੱਤਾਂ ਤੋਂ ਸਤਾਏ ਸਿੱਖ ਲੋਕਾਂ ਨੂੰ ਜਦੋਂ ਹਕੂਮਤੀ ਜ਼ਬਰ ਅਤੇ ਇੱਕ ਪਾਸੜ ਹਕੂਮਤੀ ਪ੍ਰਚਾਰ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ ਸੀ, ਤਾਂ ਉਹ ਆਪਣੇ ਆਪ ਨੂੰ ਦੋਸ਼ੀ ਸਵੀਕਾਰ ਕਰਦਿਆਂ ਹਾਰੀ ਹੋਈ ਮਨੋਬਿਰਤੀ ਦਾ ਸ਼ਿਕਾਰ ਹੋ ਗਏ। ਬੇਅੰਤ ਸਿੰਘ ਜਦ ਉਹਨਾਂ ਨੂੰ ਜਲੀਲ ਕਰਦਾ ਸੀ ਤਾਂ ਬਰਨਾਲਾ ਤੇ ਬਾਦਲ ਦਲ ਵੀ ਜ਼ਖਮਾਂ ਤੇ ਲੂਣ ਛਿੜਕਦੇ ਸਨ। ਦੂਜੇ ਦੋਵੇਂ ਦਲ ਮਾਨ ਦਲ ਤੇ ਬਾਬਾ ਦਲ ਪਾਸਾ ਵੱਟ ਕੇ ਚੱਲਦਿਆਂ ਇਨ੍ਹਾਂ ਲੋਕਾਂ ਨੂੰ ਹੋਰ ਪਛਤਾਪ ਵਿੱਚ ਸੁੱਟਦੇ ਸਨ ਤੇ ਅਖੀਰ ਉਹ ਸਿੱਖ ਜਨਤਾ ਜਿਨ੍ਹਾਂ ਨੂੰ ਖਾੜਕੂ ਲਹਿਰ ਦਾ ਪ੍ਰਭਾਵ ਖੇਤਰ ਮੰਨਿਆ ਜਾਂਦਾ ਸੀ, ਲਾਚਾਰੀ ਵਸ ਬਾਹਾਂ ਖੜੀਆਂ ਕਰ ਗਈ ਤੇ ਇੱਕ ਹਾਰੀ ਹੋਈ ਧਿਰ ਦੀ ਮਾਨਸਿਕਤਾ ਪ੍ਰਵਾਨ ਕਰ ਲਈ। ਖਾੜਕੂ ਜਥੇਬੰਦੀਆਂ ਨੇ ਆਪਣੇ ਵੱਡੇ ਹਿੱਸਿਆਂ ਨੂੰ ਗਰਕਣ ਤੋਂ ਰੋਕਣ ਤੋਂ ਅਸਮਰੱਥਾ ਦਿਖਾਈ ਤੇ ਫਿਰ ਆਪਣੀਆਂ ਗਲਤੀਆਂ ਕਬੂਲਣ ਤੋਂ ਡਰਪੋਕਪੁਣਾ ਦਿਖਾਇਆ। ਜਿਹੜੀਆਂ ਗਲਤੀਆਂ ਸ਼ਰੇਆਮ ਉਹਨਾਂ ਨੂੰ ਮੰਨਣੀਆਂ ਚਾਹੀਦੀਆਂ ਸਨ, ਉਹ ਬੇਅੰਤ ਸਿੰਘ ਨੇ ਇਸ ਲਹਿਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੇ ਰੂਪ ਵਿੱਚ ਪੇਸ਼ ਕੀਤੀਆਂ ਤੇ ਲੋਕ ਜੋ ਉਹਨਾਂ ਦੀਆਂ ਇਹਨਾਂ ਗਲਤੀਆਂ ਤੋਂ ਸਤਾਏ ਹੋਏ ਸਨ, ਉਹਨਾਂ ਨੇ ਬੇਅੰਤ ਸਿੰਘ ਦੇ ਪ੍ਰਚਾਰ ਨੂੰ ਕੰਨ ਦਿੱਤੇ। ਅਕਾਲੀ ਧਿਰਾਂ ਜਿਨ੍ਹਾਂ ਨੂੰ ਖਾੜਕੂ ਆਪਣੀ ਹਉਮੈ ਨੂੰ ਪੱਠੇ ਪਾਉਂਦਿਆਂ ਵਕਤਨ ਫਾ ਵਕਤਨ ਜਲੀਲ ਕਰਦੇ ਰਹਿੰਦੇ ਸਨ, ਬਦਲਾ ਲਊ ਭਾਵਨਾ ਨਾਲ ਤਮਾਸ਼ਬੀਨ ਬਣੇ ਤੇ ਅਖੀਰ ਵਿੱਚ ਇਹ ਦਿਨ ਆਏ ਕਿ ਖਾੜਕੂ ਬਦਨਾਮ ਹੋ ਗਏ ਤੇ ਅਕਾਲੀ ਡਰਪੋਕ ਮੋਨੋ ਐਕਟਰ ਸਾਬਤ ਹੋਏ। ਸਿੱਖ ਸਿਆਸਤ ਦੇ ਇਸ ਅਤਿਅੰਤ ਸੰਕਟਮਈ ਦੌਰ ਵਿੱਚ ਜਲੰਧਰ ਸੀਟ ਤੇ ਚੋਣ ਦਾ ਐਲਾਨ ਹੋਇਆ। ਸਭ ਤੋਂ ਪਹਿਲਾਂ ਬਾਦਲ ਅਕਾਲੀ ਦਲ ਹਰਕਤ ਵਿੱਚ ਆਇਆ। ਇਸ ਨੇ ਆਪਣੀਆਂ ਹੇਠਲੀਆਂ ਸਫ਼ਾਂ ਨੂੰ ਇਹ ਅਹਿਸਾਸ ਕਰਵਾ ਕੇ ਹਰਕਤ ਵਿੱਚ ਲਿਆਂਦਾ ਕਿ ਹੁਣ ਖਾੜਕੂ ਦਾਬਾ ਖਤਮ ਹੋਣ ਨਾਲ ਦਲਿੱਦਰ ਦਾ ਖਾਤਮਾ ਹੋ ਗਿਆ ਹੈ ਤੇ ਆਪਾਂ ਖੁੱਲ੍ਹ ਕੇ ਸਿੱਖ ਸਿਆਸਤ ਨੂੰ ਮੋੜਾ ਦੇ ਸਕਦੇ ਹਾਂ। 1982-83 ਵਿਚਲੇ ਇਸ ਅਕਾਲੀ ਦਲ ਦੇ ਉਹ ਵਿੰਗ ਜੋ ਧਰਮ ਯੁੱਧ ਮੋਰਚੇ ਨੂੰ ਦਿੱਲੀ ਅਤੇ ਭਿੰਡਰਾਂਵਾਲਾ ਦੋਹਾਂ ਵਿਰੁੱਧ ਲੜਾਈ ਦਾ ਰੂਪ ਦਿੰਦੇ ਸਨ, ਪੂਰੀ ਤਰ੍ਹਾਂ ਸਰਗਰਮ ਹੋਏ ਤੇ ਉਹਨਾਂ ਦੀ ਮਦਦ ਤੇ ਪ੍ਰੈਸ ਦਾ ਉਹ ਸਾਰਾ ਹਿੱਸਾ ਆਇਆ ਜਿਨ੍ਹਾਂ ਦੇ ਸਹਾਰੇ ਰਾਜੀਵ ਲੌਂਗੋਵਾਲ ਸਮਝੌਤਾ ਇਤਿਹਾਸਕ ਪੇਸ਼ ਕਰਕੇ 1985 ਦੀਆਂ ਚੋਣਾਂ ਜਿੱਤੀਆਂ ਗਈਆਂ ਸਨ। ਬਾਦਲ ਅਕਾਲੀ ਦਲ 1985 ਦੀਆਂ ਚੋਣਾਂ ਦੇ ਪੈਂਤੜੇ ਤੇ ਸੀ, ਪਰ ਉਸ ਕੋਲ ਲੌਂਗੋਵਾਲ ਸਮਝੌਤਾ ਨਹੀਂ ਸੀ। ਉਧਰ ਮਾਨ ਦਲ 1999 ਦੀਆਂ ਚੋਣਾਂ ਦੇ ਪੈਂਤੜੇ ਤੇ ਸੀ, ਪਰ ਉਸ ਦੀ ਮਦਦ ਤੇ ਖਾੜਕੂ ਧਿਰ ਨਹੀਂ ਸੀ। ਦੋਵੇਂ ਅਪੰਗ ਧਿਰਾਂ ਆਪਣੀ ਕਿਸਮਤ ਅਜ਼ਮਾਈ ਲਈ ਮੈਦਾਨ ਵਿੱਚ ਨਿਤਰੀਆਂ ਤੇ ਨਤੀਜਾ ਸਾਹਮਣੇ ਹੈ। ਬਾਦਲ 1985 ਨਹੀਂ ਦੁਹਰਾ ਸਕਿਆ ਤੇ ਮਾਨ ਦਲ 1999 ਤੋਂ ਕੋਹਾਂ ਦੂਰ ਰਿਹਾ। ਸਿੱਖ ਸੰਗਤਾਂ ਨੇ ਮਾਯੂਸੀ ਦਾ ਇਜ਼ਹਾਰ ਕੀਤਾ। ਅੱਧੀ ਨਹੀਂ ਤਾਂ ਤੀਜਾ ਹਿੱਸਾ ਸਿੱਖ ਵੋਟ ਬੇਅੰਤ ਸਿੰਘ ਨੂੰ ਪਈ, ਜੋ ਇੱਕ ਵਿਚਾਰਯੋਗ ਘਟਨਾ ਹੈ। ਕਈ ਤਰ੍ਹਾਂ ਦੇ ਵਿਸ਼ਲੇਸ਼ਣ ਅੱਜ ਕੱਲ੍ਹ ਪ੍ਰੈਸ ਵਿੱਚ ਆ ਰਹੇ ਹਨ ਜੋ ਸਿੱਖ ਮਾਨਸਿਕਤਾ ਦੀਆਂ ਉਲਝਣਾਂ ਵਿੱਚ ਹੋਰ ਵਾਧਾ ਕਰੀ ਜਾ ਰਹੇ ਹਨ ਤੇ ਨਿਰਾਸ਼ਤਾ ਨੂੰ ਵਧਾ ਰਹੇ ਹਨ। ਇਸ ਚੋਣ ਵਿੱਚੋਂ ਜੋ ਹਾਂ ਪੱਖੀ ਸਬਕ ਸਾਨੂੰ ਮਿਲੇ ਹਨ, ਉਹਨਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਠੀਕ ਉਹ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਜੋ ਖਾੜਕੂ ਲਹਿਰ ਬਾਰੇ ਕੀਤਾ ਗਿਆ ਸੀ। ਜਲੰਧਰ ਚੋਣ ਦੇ ਸਬਕ। ਮੈਂ ਸਮਝਦਾ ਹਾਂ ਕਿ ਜਲੰਧਰ ਚੋਣ ਕਾਫੀ ਚੰਗੇ ਸਬਕ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਪਹਿਲਾ ਸਬਕ ਇਹ ਹੈ ਕਿ ਅਕਾਲੀ ਸਿਆਸਤ ਵਿੱਚ ਸਿਧਾਂਤਕ ਕਤਾਰਬੰਦੀ ਮੌਜੂਦ ਹੈ,
ਚਾਹੇ ਇਹ ਅਜੇ ਮਜ਼ਬੂਤ ਨਹੀਂ ਹੋਈ। ਇੱਕ ਧਿਰ ਜੋ ਭਾਰਤੀ ਰਾਜ ਪ੍ਰਬੰਧ ਵਿੱਚ ਆਦਰ ਸਹਿਤ ਸੱਤਾ ਦਾ ਹਿੱਸਾ ਚਾਹੁੰਦੀ ਹੈ ਤੇ ਘੱਟ ਲੜਾਈ ਨਾਲ ਵੱਧ ਸਹੂਲਤਾਂ ਦੀ ਚਾਹਨਾ ਤਹਿਤ ਕੱਟੜ ਰਾਜਨੀਤਿਕ ਨਿਸ਼ਾਨੇ ਮਿਥਣ ਤੋਂ ਪਰਹੇਜ਼ ਕਰਦੀ ਹੈ। ਆਰਥਿਕ ਲਾਹੇਬੰਦੀ ਨੂੰ ਅੱਜ ਦੀ ਮੁੱਖ ਸਿੱਖ ਖਾਹਿਸ਼ ਦੇ ਰੂਪ ਵਿੱਚ ਲੈਂਦੀ ਹੈ ਤੇ ਕੌਮੀ ਵਿਰੋਧੀ ਪਾਰਟੀਆਂ ਨਾਲ ਰਲ ਕੇ ਤੇ ਕਾਂਗਰਸ ਦਾ ਬਦਲ ਪੇਸ਼ ਕਰਨ ਦੀ ਲਾਈਨ ਤੇ ਚੱਲਦੀ ਹੈ। ਇਹ ਨਾ ਭਾਰਤ ਨੂੰ ਫਿਰਕੂ ਮੰਨਦੀ ਹੈ ਤੇ ਨਾ ਆਪਣੇ ਆਪ ਨੂੰ ਸਿੱਖ ਫਿਰਕੇ ਦੇ ਘੇਰੇ ਦੇ ਵਿੱਚ ਰੱਖਣਾ ਚਾਹੁੰਦੀ ਹੈ। ਇਸ ਧਿਰ ਵਿੱਚ ਪ੍ਰਮੁੱਖਤਾ ਹਾਸਲ ਕੀਤੀ ਹੈ ਬਾਦਲ ਦਲ ਨੇ ਅਤੇ ਇਸ ਵਿੱਚ ਛੋਟੀਆਂ ਧਿਰਾਂ ਹਨ ਬਰਨਾਲਾ ਦਲ ਤੇ ਮਨਜੀਤ ਗਰੁੱਪ, ਸ਼ਹੀਦ ਭਾਈ ਅਮਰੀਕ ਸਿੰਘ ਦੇ ਛੋਟੇ ਭਾਈ ਮਨਜੀਤ ਸਿੰਘ ਦਾ ਗਰੁੱਪ। ਦੂਜੀ ਧਿਰ ਸਿੱਖ ਫਿਰਕੇ ਤੱਕ ਅਕਾਲੀ ਸਿਆਸਤ ਨੂੰ ਸੀਮਿਤ ਕਰਦੀ ਹੈ ਤੇ ਭਾਰਤੀ ਰਾਜ ਨੂੰ ਫਿਰਕੂ ਰਾਜ ਮੰਨਦੀ ਹੈ। ਪੰਜਾਬ ਨੂੰ ਸਿੱਖ ਖਿੱਤਾ ਮੰਨ ਕੇ ਲੜਦੀ ਹੈ ਤੇ ਇਸ ਤਰ੍ਹਾਂ ਕਿਸੇ ਕੌਮੀ ਬਦਲ ਵਿੱਚ ਆਪਣੇ ਆਪ ਨੂੰ ਫਿੱਟ ਨਹੀਂ ਕਰਦੀ। ਕੋਈ ਵੀ ਕੌਮੀ ਪਾਰਟੀ ਇਸ ਧਿਰ ਨਾਲ ਜੁੜ ਕੇ ਹਿੰਦੂ ਵੋਟ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਸਾਰੀਆਂ ਭਾਰਤੀ ਕੌਮੀ ਪਾਰਟੀਆਂ ਇਸ ਧਿਰ ਨੂੰ ਕੌਮੀ ਨਾ ਮੰਨ ਕੇ ਸਿੱਖ ਫਿਰਕੂ ਧਿਰ ਤਸੱਵਰ ਕਰਦੀਆਂ ਹਨ। ਇਸ ਧਿਰ ਦੀ ਅਗਵਾਈ ਸਾਬਤ ਕੀਤੀ ਹੈ ਮਾਨ ਅਕਾਲੀ ਦਲ ਨੇ ਅਤੇ ਨਾਲ ਖੜਾ ਹੈ ਬਾਬਾ ਅਕਾਲੀ ਦਲ ਤੇ ਕੁਝ ਹੋਰ ਛੋਟੇ ਗਰੁੱਪ। ਵੋਟਾਂ ਦੀ ਗਿਣਤੀ ਵਿਚਾਰਨ ਤੋਂ ਪਹਿਲਾਂ ਇਨ੍ਹਾਂ ਦੋਹਾਂ ਧਿਰਾਂ ਨੇ ਜੋ ਆਪੋ ਆਪਣੀ ਹੋਂਦ ਦਾ ਚੋਣਾਂ ਦੌਰਾਨ ਪ੍ਰਗਟਾਵਾ ਕੀਤਾ ਹੈ ਉਹ ਕਾਫੀ ਮਹੱਤਵਪੂਰਨ ਹੈ। ਬਾਦਲ ਦਲ ਵੱਲੋਂ ਜਦ ਕੌਮੀ ਪੰਜਾਬੀ ਪ੍ਰੈਸ ਦੇ ਸਹਾਰੇ ਇਹ ਮੁੱਦਾ ਉਭਾਰਿਆ ਗਿਆ ਕਿ ਕਾਂਗਰਸ ਨੂੰ ਹਰਾਉਣਾ ਅੱਜ ਦਾ ਅਸਲ ਅਕਾਲੀ ਕਾਜ ਬਣਦਾ ਹੈ ਤਾਂ ਜਵਾਬ ਵਿੱਚ ਮਾਨ ਦਲ ਵੱਲੋਂ ਸਿੱਖਾਂ ਤੇ ਹਕੂਮਤੀ ਜ਼ਬਰ ਦਾ ਮੁੱਦਾ ਮੁੱਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਹਕੂਮਤੀ ਜ਼ਬਰ ਦਾ ਮੁੱਦਾ ਅਸਲ ਵਿੱਚ ਇੱਕ ਵਿਸ਼ੇਸ਼ ਸਿਆਸੀ ਦ੍ਰਿਸ਼ਟੀਕੋਣ ਦਾ ਮੁੱਦਾ ਬਣਦਾ ਸੀ। ਜ਼ਬਰ ਕਿਉਂਕਿ ਸਿੱਖਾਂ ਉੱਪਰ ਹੀ ਹੋ ਰਿਹਾ ਸੀ ਤੇ ਭਾਰਤੀ ਰਾਜ ਅਤੇ ਸਮੁੱਚੀਆਂ ਕੌਮੀ ਪਾਰਟੀਆਂ ਇਸ ਦੀ ਪਿੱਠ ਤੇ ਖੜੀਆਂ ਸਨ। ਇਸ ਲਈ ਇਹ ਮੁੱਦਾ ਭਾਰਤੀ ਕੌਮੀ ਧਾਰਾ ਦੇ ਖਿਲਾਫ ਸਿੱਖ ਧਾਰਾ ਨੂੰ ਖੜਾ ਕਰਦਾ ਸੀ। ਰਾਜ ਕਰ ਰਹੀ ਕਾਂਗਰਸ ਪਾਰਟੀ ਇਸ ਨੂੰ ਜ਼ਬਰ ਨੂੰ ਸ਼ਾਂਤੀ ਦਾ ਸੰਦ ਬਣਾ ਕੇ ਪੇਸ਼ ਕਰ ਰਹੀ ਸੀ ਤੇ ਗੈਰ ਸਿੱਖ ਲੋਕ ਤੇ ਸਮੁੱਚੀਆਂ ਕੌਮੀ ਪਾਰਟੀਆਂ ਇਸ ਜ਼ਬਰ ਨੂੰ ਕੌਮੀ ਹਿੱਤਾਂ ਵਿੱਚ ਪ੍ਰਵਾਨ ਕਰ ਚੁੱਕੇ ਸਨ। ਪੰਜਾਬ ਮਸਲੇ ਨਾਲ ਸੰਬੰਧਿਤ ਦੋਹੇ ਧਿਰਾਂ ਭਾਰਤੀ ਰਾਜ ਅਤੇ ਸਿੱਖ ਜਨਤਾ ਜਾਣਦੇ ਸਨ ਕਿ ਇਹ ਮੁੱਦਾ ਹੀ ਮੁੱਖ ਮੁੱਦਾ ਬਣਦਾ ਹੈ। ਬੇਅੰਤ ਸਿੰਘ ਜ਼ਬਰ ਦੇ ਹੱਕ ਵਿੱਚ ਫਤਵਾ ਮੰਗ ਰਿਹਾ ਸੀ ਤੇ ਸਿੱਖਾਂ ਵੱਲੋਂ ਇਹ ਬਣਦਾ ਸੀ ਕਿ ਉਹ ਜ਼ਬਰ ਦੇ ਵਿਰੋਧ ਵਿੱਚ ਫਤਵਾ ਦੇਣ। ਗੈਰ ਕਾਂਗਰਸੀ ਕੌਮੀ ਪਾਰਟੀਆਂ ਅਤੇ ਖਾੜਕੂ ਵਿਰੋਧੀ ਅਕਾਲੀ ਧਿਰ ਬਾਦਲ ਬਰਨਾਲਾ ਇਸ ਮੁੱਦੇ ਤੋਂ ਚਿੰਤਤ ਸਨ ਕਿਉਂਕਿ ਇਸ ਮੁੱਦੇ ਦੇ ਉੱਭਰਨ ਨਾਲ ਦੋਵੇਂ ਮੁੱਖ ਧਿਰਾਂ ਕਾਂਗਰਸ ਤੇ ਖਾੜਕੂ ਫਿਰ ਉੱਭਰ ਜਾਂਦੀਆਂ ਸਨ। ਇਸ ਲਈ ਇਹਨਾਂ ਪਾਰਟੀਆਂ ਵੱਲੋਂ ਕਾਂਗਰਸ ਹਰਾਉਣ ਤੇ ਖਾੜਕੂ ਦਬਾਉਣ ਦਾ ਮੁੱਖ ਮੁੱਦਾ ਉਲੀਕਿਆ ਗਿਆ। ਬਾਦਲ ਅਕਾਲੀ ਦਲ ਭਾਰਤੀ ਵਿਰੋਧੀ ਧਿਰ ਦੀ ਸਹਿਮਤੀ ਹਾਸਲ ਕਰਨ ਲਈ ਕਾਂਗਰਸ ਹਰਾਉਣ ਨੂੰ ਮੁੱਖ ਮੁੱਦਾ ਲੈ ਕੇ ਸਾਹਮਣੇ ਆਇਆ। ਕਾਂਗਰਸ ਬਿਨਾਂ ਸ਼ੱਕ ਹਕੂਮਤੀ ਪਾਰਟੀ ਹੈ ਪਰ ਜੋ ਮਸ਼ੀਨਰੀ ਇੱਥੇ ਜ਼ਬਰ ਕਰਦੀ ਹੈ ਉਹ ਕਾਂਗਰਸੀ ਨਹੀਂ ਭਾਰਤੀ ਰਾਜ ਮਸ਼ੀਨਰੀ ਹੈ। KPS ਗਿੱਲ ਕਾਂਗਰਸ ਪਾਰਟੀ ਦਾ ਉਸੇ ਤਰ੍ਹਾਂ ਕਾਡਰ ਹੋਲਡਰ ਨਹੀਂ ਹੈ ਜਿਵੇਂ JF ਰਿਬੈਰੋ ਨੇ ਬਰਨਾਲਾ ਅਕਾਲੀ ਦਲ ਦੀ ਮੈਂਬਰਸ਼ਿਪ ਨਹੀਂ ਸੀ ਲਈ। ਜ਼ਬਰ ਦਾ ਮੁੱਦਾ ਕਿਤੇ ਭਾਰਤੀ ਰਾਜ ਤੇ ਸਿੱਖ ਭਾਈਚਾਰੇ ਦੇ ਸੰਬੰਧਾਂ ਦਾ ਮੁੱਦਾ ਨਾ ਬਣ ਜਾਵੇ, ਇਹੀ ਫਿਕਰ ਬਾਦਲ ਬਰਨਾਲਾ ਦਲਾਂ ਨੂੰ ਵੀ ਸੀ। ਕੌਮੀ ਪੰਜਾਬੀ ਪ੍ਰੈਸ ਨੇ ਇਸ ਮਸਲੇ ਦੀ ਬਾਰੀਕੀ ਨੂੰ ਪਹਿਲਾਂ ਹੀ ਭਾਂਪ ਲਿਆ ਸੀ। ਇਸ ਲਈ ਇਸ ਦੇ ਮੁੱਖ ਪਰਚੇ ਇੱਥੇ ਭਾਈ ਖਾਲੜਾ ਦਾ ਇਸ਼ਾਰਾ ਅਜੀਤ ਅਖਬਾਰ ਵੱਲ ਹੈ ਵੱਲੋਂ ਸਿੱਖਾਂ ਅੰਦਰ ਇਹ ਵਿਚਾਰ ਜ਼ੋਰ ਨਾਲ ਫੈਲਾਇਆ ਗਿਆ ਸੀ ਕਿ ਜ਼ਬਰ ਨਹੀਂ ਕਾਂਗਰਸ ਨੂੰ ਹਰਾਉਣਾ ਮੁੱਖ ਮੁੱਦਾ ਹੈ। ਮਾਨ ਦਲ ਬਾਬਾ ਦਲ ਸਮਝਦੇ ਸਨ ਕਿ ਜ਼ਬਰ ਹੀ ਮੁੱਖ ਮੁੱਦਾ ਹੈ ਤੇ ਇਸ ਦਾ ਸਿੱਧਾ ਸਬੰਧ ਸਿੱਖਾਂ ਦੇ ਭਾਰਤੀ ਰਾਜ ਨਾਲ ਸਬੰਧਾਂ ਨਾਲ ਜੁੜਿਆ ਹੋਇਆ ਹੈ। ਸੋ ਅਕਾਲੀ ਸਿਆਸਤ ਵਿੱਚ ਦੋ ਧਿਰਾਂ ਸਪਸ਼ਟ ਤੌਰ ਤੇ ਆਪਣਾ ਆਪ ਲੈ ਕੇ ਆਈਆਂ। ਇਹਨਾਂ ਚੋਣਾਂ ਦੀ ਇਹ ਇੱਕ ਵੱਡੀ ਪ੍ਰਾਪਤੀ ਹੈ। ਇੱਕ ਧਿਰ ਕਾਂਗਰਸ ਵਿਰੋਧੀ ਪੰਜਾਬੀ ਪਾਰਟੀ ਦੇ ਰੂਪ ਵਿੱਚ ਆਈ ਹੈ ਜਿਸ ਦੀ ਅਗਵਾਈ ਬਾਦਲ ਕਰ ਰਿਹਾ ਹੈ ਤੇ ਦੂਜੀ ਧਿਰ ਭਾਰਤੀ ਰਾਜ ਦੇ ਜ਼ਬਰ ਵਿਰੁੱਧ ਸਿੱਖ ਰਾਜਨੀਤਿਕ ਧਿਰ ਦੇ ਰੂਪ ਵਿੱਚ ਆਈ ਹੈ। ਚੋਣ ਪ੍ਰਕਿਰਿਆ ਦੀ ਇਹ ਇੱਕ ਪ੍ਰਾਪਤੀ ਫਿਰ ਵੀ ਹੈ
ਕਿ ਦੋਹਾਂ ਧਿਰਾਂ ਅੰਦਰ ਸੁੱਤੇ ਸਿੱਧ ਬੈਠੇ ਸਿਆਸੀ ਵਰਕਰਾਂ ਨੇ ਆਪਣੀ ਸੂਝ ਤੋਂ ਕੰਮ ਲਿਆ ਤੇ ਆਪੋ ਆਪਣੀ ਅਸਲੀ ਧਿਰ ਦੀ ਪਛਾਣ ਕਰਕੇ ਦਲ ਬਦਲੀ ਕੀਤੀ। ਇਹ ਪ੍ਰਕਿਰਿਆ ਚੋਣਾਂ ਤੋਂ ਬਾਅਦ ਵੀ ਚੱਲੇਗੀ ਤੇ ਅਸਲ ਕਤਾਰਬੰਦੀ ਨੂੰ ਮੁਕੰਮਲ ਕਰੇਗੀ। ਇਹਨਾਂ ਚੋਣਾਂ ਦਾ ਤੀਜਾ ਫਾਇਦਾ ਸਿਧਾਂਤਕ ਡਾਵਾਂ ਡੋਲਤਾ ਦਾ ਖਾਤਮਾ ਹੋਇਆ ਹੈ। ਦੋਹਾਂ ਧਿਰਾਂ ਵਿੱਚ ਇੱਕ ਹਿੱਸਾ ਤਾਂ ਸਿਧਾਂਤਕ ਬਰੀਕੀ ਨੂੰ ਸਮਝਣ ਦੀ ਥਾਂ ਭਾਵਕ ਏਕਤਾ ਦੀ ਰੱਟ ਲਾਉਂਦਾ ਸੀ। ਇਹ ਹਿੱਸਾ ਕਾਂਗਰਸ ਨੂੰ ਹਰਾਉਣ ਨੂੰ ਹੀ ਜ਼ਬਰ ਹਰਾਉਣਾ ਸਮਝ ਲੈਂਦਾ ਸੀ ਤੇ ਬਿਨਾਂ ਮੁੱਦੇ ਤੋਂ ਇੱਕੇ ਉਮੀਦਵਾਰ ਦੀ ਇੱਛਾ ਕਰਦਾ ਸੀ। ਪੂਰੀ ਇਮਾਨਦਾਰੀ ਨਾਲ ਇਹ ਹਿੱਸਾ ਵੱਡੇ ਤੇ ਤਗੜੇ ਉਮੀਦਵਾਰ ਨੂੰ ਅਪਣਾ ਲੈਣ ਦਾ ਤਰਲਾ ਕਰਦਾ ਸੀ ਜਾਂ ਪਰਚੀ ਪਾ ਕੇ ਇੱਕੋ ਉਮੀਦਵਾਰ ਖੜਾ ਕਰਨ ਦੀ ਸਲਾਹ ਦਿੰਦਾ ਸੀ। ਚੋਣਾਂ ਦੇ ਪ੍ਰਚਾਰ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਭਾਵੇਂ ਇਹ ਮੁੱਦਿਆਂ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਨਾ ਜਾਣ ਸਕਿਆ ਹੋਵੇ, ਪਰ ਕੁਝ ਸਮੇਂ ਤੱਕ ਇਹ ਵੀ ਕਿਸੇ ਇੱਕ ਧਿਰ ਵੱਲ ਸਪਸ਼ਟ ਖੜਾ ਹੋ ਜਾਵੇਗਾ। ਕੁਝ ਗਰੁੱਪ ਜਿਨ੍ਹਾਂ ਨੂੰ ਸਿਧਾਂਤਕ ਪੋਜੀਸ਼ਨਾਂ ਲੈਣ ਦਾ ਪਹਿਲਾਂ ਕਦੇ ਮੌਕਾ ਨਹੀਂ ਮਿਲਿਆ, ਉਹ ਵੀ ਰਾਜਨੀਤਿਕ ਖੇਤਰ ਵਿੱਚ ਆਪਣਾ ਹੌਲਾਪਣ ਪਛਾਣ ਗਏ ਹਨ। ਇਹਨਾਂ ਵਿੱਚੋਂ ਕੁਝ ਦੀ ਹੋਂਦ ਦਾ ਭੋਗ ਵੀ ਪੈ ਜਾਵੇਗਾ। ਸੋ ਇਹਨਾਂ ਚੋਣਾਂ ਦਾ ਚੌਥਾ ਫਾਇਦਾ ਰਾਜਨੀਤਿਕ ਆਪਾ ਹੁਦਰੀ ਦਾ ਖਾਤਮਾ ਵੀ ਹੋਵੇਗਾ। ਅਰਾਜਕਤਾਵਾਦੀ ਬਿਰਤੀਆਂ ਦੇ ਸ਼ਿਕਾਰ ਲੋਕਾਂ ਵੱਲੋਂ ਖੜੇ ਕੀਤੇ ਜ਼ਾਤੀ ਧੜੇ ਵੀ ਲੜ ਖੜਾ ਗਏ ਹਨ। ਇੱਕ ਹੋਰ ਸਿੱਟਾ ਜੋ ਕਾਫੀ ਅਹਿਮ ਹੈ, ਖਾੜਕੂ ਲਹਿਰ ਦੀ ਪੜਚੋਲ ਦਾ ਨਿਕਲਿਆ ਹੈ। ਪਹਿਲੀ ਵਾਰ ਇਹ ਅਹਿਸਾਸ ਕੀਤਾ ਗਿਆ ਹੈ ਕਿ ਪਿਛਲੇ 10 ਸਾਲਾਂ ਵਿੱਚ ਖਾੜਕੂ ਲਹਿਰ ਦੇ ਨਾਂ ਹੇਠ ਜੋ ਸਰਗਰਮੀਆਂ ਹੋਈਆਂ ਹਨ, ਉਹਨਾਂ ਨੂੰ ਖੁੱਲ੍ਹੇਆਮ ਬਹਿਸ ਅਧੀਨ ਲਿਆਂਦਾ ਜਾਵੇ ਅਤੇ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿਣ ਦੀ ਜੁਰਤ ਦਿਖਾਈ ਜਾਵੇ। ਇੱਕ ਸਿੱਟਾ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਸਿੱਖਾਂ ਦੇ ਗਲੋਂ ਗੁਲਾਮੀ ਲਾਉਣ ਦੀ ਲਹਿਰ ਤੇ ਖਾੜਕੂ ਲਹਿਰ ਵਿੱਚ ਪੂਰੀ ਸੂਰੀ ਇੱਕਮਿਕਤਾ ਨਹੀਂ ਹੈ। ਆਜ਼ਾਦੀ ਲਈ ਲੜਨ ਵਾਲਾ ਜ਼ਰੂਰੀ ਨਹੀਂ ਕਿ ਖਾੜਕੂ ਹੀ ਹੋਵੇ ਤੇ ਹਰੇਕ ਖਾੜਕੂ ਜ਼ਰੂਰੀ ਨਹੀਂ ਗੁਲਾਮੀ ਵਿਰੁੱਧ ਲੜ ਰਿਹਾ ਹੋਵੇ। ਇਹ ਇੱਕ ਅਹਿਮ ਸੰਦੇਸ਼ ਹੈ ਚੋਣਾਂ ਦੌਰਾਨ ਪ੍ਰਗਟ ਹੋਈ ਸਿੱਖ ਮਾਨਸਿਕਤਾ ਦਾ। ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ, ਇਸ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਾ ਹੈ। ਕੁਦਰਤੀ ਮਨੁੱਖੀ ਫਿਤਰਤ ਅਨੁਸਾਰ ਇਹ ਨਿਰਾਸ਼ ਵੀ ਹੁੰਦੀ ਤੇ ਗੁੱਸੇ ਵਿੱਚ ਗਲਤ ਫੈਸਲੇ ਵੀ ਲੈਂਦੀ ਹੈ। ਸਿੱਖ ਲੀਡਰਸ਼ਿਪ ਵੱਲੋਂ ਸਮੇਂ ਦੇ ਹਾਣ ਪ੍ਰਵਾਨ ਹੋਣ ਦੀ ਘਾਟ ਇਹਨਾਂ ਚੋਣਾਂ ਅੰਦਰਲਾ ਇੱਕ ਹੋਰ ਸਿੱਟਾ ਕਿਹਾ ਜਾ ਸਕਦਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਨਿਸ਼ਾਨੇ ਪ੍ਰਤੀ ਸਪਸ਼ਟ ਸੀ ਤੇ ਉਸ ਦੀ ਇਸ ਨੂੰ ਸਿਰੇ ਤੱਕ ਖੜਨ ਦੀ ਪੂਰੀ ਤਿਆਰੀ ਸੀ। ਜਲੰਧਰ ਦੀ ਰੈਲੀ ਉਸ ਦੀ ਚੋਣ ਰੈਲੀ ਹੀ ਸੀ ਤੇ ਵੰਡਾਲਾ ਉਸ ਦਾ ਸ਼ੁਰੂ ਤੋਂ ਹੀ ਉਮੀਦਵਾਰ ਸੀ। ਸਰਦਾਰ ਸਿਮਰਜੀਤ ਸਿੰਘ ਮਾਨ ਵੀ ਸਿਧਾਂਤਕ ਤੌਰ ਤੇ ਸਪਸ਼ਟ ਸੀ ਤੇ ਮੁੱਦੇ ਆਧਾਰਿਤ ਚੋਣ ਤੇ ਖੜਾ ਸੀ। 9 ਅਪ੍ਰੈਲ ਨੂੰ ਜਦ ਬਾਦਲ ਉਸ ਨੂੰ ਵਡਾਲੇ ਪ੍ਰਤੀ ਹਮਾਇਤ ਲੈਣ ਲਈ ਮਿਲਿਆ ਤਾਂ ਉਸ ਦਾ ਪੱਖ ਸਿਧਾਂਤਕ ਸੀ ਕਿ ਮੁੱਦੇ ਨੂੰ ਅਪਣਾ ਲਓ। ਉਮੀਦਵਾਰ ਕੋਈ ਵੀ ਹੋ ਸਕਦਾ ਹੈ, ਪਰ ਉਸ ਸਰਦਾਰ ਮਾਨ ਦੀ ਲੜਾਈ ਵਿੱਚ ਵੀ ਇੱਕ ਕਮਜ਼ੋਰੀ ਦਿਖਾਈ ਦਿੱਤੀ ਕਿ ਉਹ ਪਹਿਲ ਕਦਮੀ ਆਪਣੇ ਹੱਥ ਨਹੀਂ ਲੈ ਸਕਿਆ, ਸੁਰੱਖਿਆਤਮਕ ਲੜਾਈ ਹੀ ਲੜਦਾ ਰਿਹਾ। ਕੁਝ ਛੋਟੇ ਸਿੱਖ ਗਰੁੱਪਾਂ ਦੇ ਲੀਡਰਾਂ ਨੇ ਅਜੀਬੋ ਗਰੀਬ ਸਟੈਂਡ ਲਏ। ਉਹ ਮੁੱਦੇ ਨਾਲੋਂ ਉਮੀਦਵਾਰ ਨੂੰ ਹੀ ਬਹਿਸ ਅਧੀਨ ਰੱਖਦਿਆਂ ਫੈਸਲੇ ਲੈਂਦੇ ਰਹੇ ਤੇ ਬਦਲਦੇ ਰਹੇ, ਜਿਸ ਦੇ ਸਿੱਟੇ ਵਜੋਂ ਉਹਨਾਂ ਦੀਆਂ ਜਥੇਬੰਦੀਆਂ ਬੁਰੀ ਤਰ੍ਹਾਂ ਖਿੰਡੀਆਂ ਤੇ ਅਜੇ ਹੋਰ ਖਿੰਡਣਗੀਆਂ। ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਜਿਸ ਦਲੇਰੀ ਦਾ ਸਬੂਤ ਦਿੱਤਾ ਗਿਆ, ਉਹ ਵੀ ਇੱਕ ਚੰਗਾ ਸਬਕ ਹੈ। ਵੋਟਾਂ ਦੀ ਗਿਣਤੀ ਮਿਣਤੀ ਦੇ ਹਿਸਾਬ ਨਾਲ ਪਹਿਲਾਂ ਤੋਂ ਹੀ ਘਾਟੇਬੰਦੀ ਧਿਰ ਨੂੰ ਇਸ ਕਰਕੇ ਅਪਣਾਉਣਾ ਕਿ ਉਹ ਮੁੱਦੇ ਤੇ ਆਧਾਰਿਤ ਲੜਾਈ ਦੀ ਹਾਮੀ ਹੈ, ਸਿਆਣਪ ਦਾ ਸਬੂਤ ਸੀ ਤੇ ਬੁਰੀ ਤਰ੍ਹਾਂ ਹਾਰ ਹੋਈ, ਜਿਸ ਦੇ ਉਹ ਖੁਦ ਕਾਰਨ ਵੀ ਨਹੀਂ ਸਨ, ਤੋਂ ਨਾ ਘਬਰਾ ਕੇ ਲੜਦੇ ਰਹਿਣ ਦਾ ਫਿਰ ਐਦ ਕਰਨਾ ਇੱਕ ਉਤਸ਼ਾਹਪੂਰਨ ਸਬਕ ਹੈ। ਦਮਦਮੀ ਟਕਸਾਲ ਦਾ ਸਿੱਖ ਸਿਆਸਤ ਵਿੱਚ ਕੀ ਰੋਲ ਹੋਵੇ, ਇਹ ਇਹਨਾਂ ਚੋਣਾਂ ਦਾ ਹੀ ਇੱਕ ਸਵਾਲ ਬਣ ਕੇ ਉੱਭਰਿਆ ਹੈ। ਬ੍ਰਹਮ ਗਿਆਨੀ ਬਾਬਾ ਠਾਕਰ ਸਿੰਘ ਜੀ ਦੇ ਨਾਂ ਤੇ ਵੱਖੋ ਵੱਖਰੇ ਇਸ਼ਾਰੇ ਦੇਣ ਵਾਲੇ ਬਿਆਨ ਛਪਣ ਦਾ ਜੋ ਰਿਵਾਜ ਪਿਛਲੇ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਹੈ, ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਪੈ ਰਿਹਾ। ਕੋਈ ਸਪਸ਼ਟ ਸੇਧ ਆਉਣ ਤੋਂ ਪਹਿਲਾਂ ਚਾਹੇ ਅਸੀਂ ਟਿੱਪਣੀ ਨਹੀਂ ਕਰ ਸਕਦੇ, ਪਰ ਇਸ ਸੇਧ ਦਾ ਇੰਤਜ਼ਾਰ ਹੁਣ ਜ਼ਰੂਰ ਤੀਬਰਤਾ ਗ੍ਰਹਿਣ ਕਰ ਗਿਆ ਹੈ। ਚੋਣ ਪ੍ਰਕਿਰਿਆ ਬਾਰੇ ਸਿੱਖ ਮਾਨਸਿਕਤਾ ਵਿੱਚ ਅਜੇ ਤੱਕ ਸੰਤੁਲਨ ਕਾਇਮ ਨਹੀਂ ਹੋ ਸਕਿਆ। ਇਸ ਬਾਰੇ ਸਾਨੂੰ ਸਬਕ ਮਿਲਦਾ ਹੈ।
ਸਿੱਖ ਕੌਮ ਦੇ ਅੰਦਰ ਇੱਕ ਪਾਸੜ ਉਲਾਰ ਦੇਖਣ ਨੂੰ ਮਿਲਿਆ ਹੈ। ਜੇਕਰ ਇਹ ਚੋਣਾਂ ਤੋਂ ਪਾਸਾ ਵੱਟਦੇ ਹਨ ਤਾਂ ਬਾਈਕਾਟ ਤੋਂ ਉਰੇ ਨਹੀਂ ਖਲੋਂਦੇ, ਤੇ ਜੇ ਹਿੱਸਾ ਲੈਂਦੇ ਹਨ ਤਾਂ ਜਿੱਤਣ ਤੋਂ ਸਿਵਾ ਕੋਈ ਟੀਚਾ ਨਹੀਂ ਮਿੱਥਦੇ। ਆਪਣੇ ਸੰਘਰਸ਼ ਲਈ ਇੱਕ ਸਾਧਨ ਦੇ ਤੌਰ ਤੇ ਚੋਣਾਂ ਨੂੰ ਕਿਵੇਂ ਲੜਿਆ ਜਾਵੇ, ਇਸ ਬਾਰੇ ਸਿੱਖ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ। ਚੋਣਾਂ ਨੂੰ ਜਿੱਤਣ ਹਾਰਨ ਦੀ ਦੋ ਟੁਕ ਖੇਡ ਸਮਝ ਕੇ ਗਲਤ ਸਿੱਟੇ ਕੱਢਦੇ ਹਨ। ਜਾਂ ਤਾਂ ਬਿਲਕੁਲ ਨਿਰਾਸ਼ ਹੋ ਜਾਂਦੇ ਹਨ, ਜਾਂ ਫਿਰ ਹੱਦੋਂ ਵੱਧ ਘਮੰਡ ਦਾ ਸ਼ਿਕਾਰ ਹੋ ਜਾਂਦੇ ਹਨ। 1985 ਦੀਆਂ ਚੋਣਾਂ ਨਾ ਤਾਂ ਲੌਂਗੋਵਾਲ ਦੀ ਪੂਰਨ ਜਿੱਤ ਸੀ ਤੇ ਨਾ ਬਾਈਕਾਟ ਕਰਨ ਵਾਲਿਆਂ ਦੇ ਮੁਕੰਮਲ ਸਫਾਏ ਦਾ ਸੰਕੇਤ ਸੀ। ਇਸੇ ਤਰ੍ਹਾਂ 1999 ਦੇ ਨਤੀਜੇ ਕਿਸੇ ਤਰ੍ਹਾਂ ਖਾੜਕੂ ਲਹਿਰ ਤੇ ਪੱਕੀ ਮੋਹਰ ਜਾਂ ਰਵਾਇਤੀ ਅਕਾਲੀ ਦਲ ਦੇ ਸਫਾਏ ਦੀ ਨਿਸ਼ਾਨੀ ਨਹੀਂ ਸੀ। ਸਮੇਂ ਨੇ ਦੱਸਿਆ ਹੈ ਕਿ ਚੋਣ ਨਤੀਜਿਆਂ ਤੋਂ ਉਲਟ ਚੋਣਾਂ ਬਾਅਦ ਵਾਪਰਦਾ ਰਿਹਾ ਹੈ ਤੇ ਵਾਪਰ ਸਕਦਾ ਹੈ। ਚੋਣਾਂ ਇੱਕ ਵਕਤੀ ਉਭਾਰ ਨੂੰ ਮਾਪਣ ਦਾ ਸੰਦ ਹੁੰਦੀਆਂ ਹਨ। ਤੁਸੀਂ ਉਸ ਵਿੱਚ ਆਪਣਾ ਪੱਖ ਉਭਾਰ ਸਕਦੇ ਹੋ, ਪਰ ਜ਼ਰੂਰੀ ਨਹੀਂ। ਦਿੱਤੀਆਂ ਵਿਸ਼ੇਸ਼ ਹਾਲਤਾਂ ਵਿੱਚ ਵੋਟਰ ਹਰੇਕ ਪੱਖ ਤੇ ਪੂਰਾ ਗੌਰ ਕਰਕੇ ਠੀਕ ਫੈਸਲਾ ਲੈ ਸਕੇ। ਆਮ ਤੌਰ ਤੇ ਪ੍ਰਚਾਰ ਸਾਧਨ ਤੇ ਸਮਾਜਿਕ ਮਾਹੌਲ ਜਿਹੋ ਜਿਹਾ ਮੋੜ ਪੈਦਾ ਕਰ ਦੇਵੇ, ਨਤੀਜਾ ਉਹ ਨਿਕਲ ਆਉਂਦਾ ਹੈ। ਜਿਹੜੇ ਲੋਕ ਕਿਸੇ ਪ੍ਰਬੰਧ ਨੂੰ ਬਦਲਣ ਤੇ ਨਵਾਂ ਮਾਹੌਲ ਸਿਰਜਣ ਵਿੱਚ ਯਕੀਨ ਰੱਖਦੇ ਹਨ, ਉਹਨਾਂ ਨੂੰ ਦਿੱਤੇ ਹੋਏ ਪ੍ਰਬੰਧ ਤੇ ਮਾਹੌਲ ਦੇ ਫੈਸਲੇ ਆਪਣੇ ਹੱਕ ਜਾਂ ਵਿਰੋਧ ਵਿੱਚ ਵਰਤ ਕੇ ਤਸੱਲੀ ਨਹੀਂ ਕਰ ਲੈਣੀ ਚਾਹੀਦੀ। ਤੱਤ ਭੜੱਤੇ ਸਿੱਟੇ ਕੱਢ ਕੇ ਸਮਾਜਿਕ ਘਬਰਾਹਟ ਪੈਦਾ ਕਰਨਾ ਗੈਰ ਸਮਾਜੀ ਰੁਝਾਨ ਹੁੰਦਾ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਅਖੀਰ ਵਿੱਚ ਮੇਰੀ ਬੇਨਤੀ ਹੈ ਕਿ ਇਹਨਾਂ ਚੋਣਾਂ ਦੇ ਸਿੱਟਿਆਂ ਨੂੰ ਮੌਜੂਦਾ ਪ੍ਰਬੰਧ ਅਤੇ ਮਾਹੌਲ ਦੇ ਸੰਦਰਭ ਵਿੱਚ ਹੀ ਦੇਖਣਾ ਚਾਹੀਦਾ ਹੈ ਅਤੇ ਪ੍ਰਬੰਧ ਅਤੇ ਮਾਹੌਲ ਵਿੱਚ ਤਬਦੀਲੀ ਲਈ ਲੜਾਈ ਲੜਦਿਆਂ ਪਹਿਲੇ ਸਿੱਟਿਆਂ ਤੋਂ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ। ਕਿਉਂਕਿ ਮੈਂ ਵਿਚਾਰਧਾਰਕ ਤੌਰ ਤੇ ਉਸ ਧਿਰ ਨਾਲ ਬੱਝਾ ਹੋਇਆ ਹਾਂ ਜਿਸ ਵੱਲੋਂ ਜਸਟਿਸ ਬੈਂਸ ਚੋਣ ਲੜ ਰਹੇ ਸਨ। ਇਸ ਲਈ ਉਸ ਧਿਰ ਨੂੰ ਬੇਨਤੀ ਕਰਦਾ ਹਾਂ ਕਿ ਚੋਣ ਨਤੀਜੇ ਵੱਲੋਂ ਜੋ ਸੰਦੇਸ਼ ਮਿਲੇ ਹਨ ਉਹਨਾਂ ਨੂੰ ਪ੍ਰਵਾਨ ਕਰਦਿਆਂ ਆਪਣੇ ਆਪ ਵਿੱਚ ਹੋਰ ਸੁਧਾਰ ਲਿਆਓ। ਸਿੱਖ ਸਿਆਸਤ ਅੰਦਰਲੇ ਦੋਹਾਂ ਧੜਿਆਂ ਦੇ ਸਿਧਾਂਤਕ ਵਖਰੇਵੇਂ ਨੂੰ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਉਣ ਦਿਓ। ਆਸ ਹੈ ਕਿ ਬਾਦਲ, ਬਰਨਾਲਾ, ਟੌੜਾ, ਮਨਜੀਤ ਇੱਕ ਧਿਰ ਦਾ ਇੱਕ ਪਲੇਟਫਾਰਮ ਉਸਾਰਨਗੇ। ਆਓ ਆਪਾਂ ਵੀ ਇੱਕ ਪਲੇਟਫਾਰਮ ਉਸਾਰ ਕੇ ਸਾਹਮਣੇ ਆਈਏ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਸਪਸ਼ਟ ਸਿਧਾਂਤਕ ਪੋਜੀਸ਼ਨਾਂ ਤੇ ਬੇਦਾਗ ਸ਼ਖਸੀਅਤ ਸਲਾਉਣਯੋਗ ਹੈ ਤੇ ਬਾਬਾ ਦਲ ਦੀ ਸਿਧਾਂਤਕ ਪ੍ਰਪੱਕਤਾ ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਖਾਸ ਤੌਰ ਤੇ ਭਾਈ ਜਸਬੀਰ ਸਿੰਘ ਜੀ ਦੀ ਅਜੋਕੀ ਸੰਤੁਲਿਤ ਪਹੁੰਚ ਦੀ ਕਦਰ ਕਰਨੀ ਚਾਹੀਦੀ ਹੈ। ਮਹਿਤਾ ਚਾਵਲਾ ਦੀ ਵਿਦਿਆਰਥੀ ਲੀਡਰਸ਼ਿਪ ਦਾ ਰੋਲ ਵੀ ਸ਼ਲਾਘਾਯੋਗ ਰਿਹਾ ਹੈ। ਇਹਨਾਂ ਸਭ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਐਸਾ ਪਲੇਟਫਾਰਮ ਉਸਾਰਿਆ ਜਾਵੇ ਜੋ ਖਾੜਕੂ ਲਹਿਰ ਦੇ ਸੁਚੱਜੇ ਤੇ ਸ਼ਾਨਦਾਰ ਰੋਲ ਨੂੰ ਨਜ਼ਰ ਅੰਦਾਜ਼ ਨਾ ਕਰੇ ਤੇ ਵਿਗਾੜਾਂ ਉੱਤੇ ਉਂਗਲ ਧਰਨ ਤੋਂ ਗੁਰੇਜ਼ ਨਾ ਕਰੇ। ਇਹ ਪਲੇਟਫਾਰਮ ਉਸਾਰਨਾ ਇਹਨਾਂ ਚੋਣਾਂ ਦੀ ਇੱਕ ਪ੍ਰਾਪਤੀ ਕਰਾਰ ਦਿੱਤਾ ਜਾ ਸਕਦਾ ਹੈ ਤੇ ਜੇਕਰ ਇਹ ਪਲੇਟਫਾਰਮ ਨਾ ਉਸਰ ਸਕਿਆ ਤਾਂ ਇਸ ਧਿਰ ਵਿੱਚ ਭਾਰੀ ਖਿੰਡਾਅ ਦੀਆਂ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਦਾ ਨੁਕਸਾਨ ਇਹਨਾਂ ਜਥੇਬੰਦੀਆਂ ਨੂੰ ਤਾਂ ਹੋਵੇਗਾ ਹੀ, ਸਿੱਖ ਲਹਿਰ ਵੀ ਇਸ ਤੋਂ ਘਾਟਾ ਖਾਏਗੀ। ਇਸ ਸਮੇਂ ਦੋਵੇਂ ਮੁੱਖ ਸਿਆਸੀ ਧਿਰਾਂ ਵਿੱਚ ਗੈਰ ਸਿਧਾਂਤਕ ਏਕਤਾ ਦੀ ਕਿਸੇ ਵੀ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਅਜਿਹਾ ਰਲੇਵਾਂ ਮੁੱਦਿਆਂ ਨੂੰ ਘੱਟੇ ਕੌਡੀਆਂ ਮਿਲਾ ਦੇਵੇਗਾ। ਇਹੋ ਭਾਰਤੀ ਰਾਜ ਦੀ ਇੱਛਾ ਹੈ ਤੇ ਇਹੋ ਸਿੱਖ ਵਿਰੋਧੀਆਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਜੇ ਪਹਿਲੇ ਦਿਨ ਨਹੀਂ ਰਹੇ ਤਾਂ ਅਜੋਕੇ ਦਿਨ ਵੀ ਨਹੀਂ ਰਹਿਣਗੇ। ਹੌਸਲੇ ਨਾਲ ਆਪਣੇ ਆਪ ਨੂੰ ਮੁੜ ਸੰਗਠਿਤ ਕਰਦਿਆਂ ਮਾਹੌਲ ਨੂੰ ਆਪਣੇ ਮੁਤਾਬਕ ਬਦਲਣ ਦਾ ਪ੍ਰਣ ਕਰੀਏ। ਉਹਨਾਂ ਨਾਲ ਨਾ ਚੱਲੋ ਜੋ ਹਾਲਾਤ ਮੁਤਾਬਕ ਬਦਲਣ ਲਈ ਹੀ ਗੱਲ ਕਰਦੇ ਹਨ। ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਤੇ ਸ਼ਹਾਦਤ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ, ਭਾਗ 13। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।